ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਬਾਸ ਕੀਓ ਵਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਨ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹਾਂ ਜੀ ਦੀ ਜੋਤ ਹਾਜ਼ਰ ਨਾਜ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਸਾਜ ਕੇ ਨਿਵਾਜੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਆਓ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਬਿਰਦੀਆਂ ਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰੀਏ। ਸਮੇਂ ਔਰ ਸਵਾਸਾਂ ਨੂੰ ਸਫਲਾ ਕਰੀਏ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਜੋ ਲੜੀਵਾਰ ਕਥਾ ਵਿਚਾਰ ਸਰਵਣ ਕਰਨਾ ਕੀਤੀ ਹੈ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨਾਦੂਣ ਦੀ ਧਰਤੀ ਤੇ ਜਿਹੜੀ ਜੰਗ ਹੋਈ ਹੈ, ਜਿਹਦੇ ਵਿੱਚ ਸਤਿਗੁਰੂ ਜੀ ਨੇ ਭੀਮ ਚੰਦ ਸੈਨ ਕਹਿਲੂਰ ਦਾ ਰਾਜਾ ਉਹਨੂੰ ਫਤਿਹ ਦਿਵਾਉਣਾ ਕਰਵਾਈ ਹੈ। ਉਸ ਵਕਤ ਜਦੋਂ ਭੀਮ ਚੰਦ ਸੈਨ ਨੇ ਵੇਖਿਆ ਮੇਰੀ ਹਾਰ ਹੁੰਦੀ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ। ਉਸ ਵੇਲੇ ਸਤਿਗੁਰੂ ਜੀ ਨੇ ਵੀਰ ਰਸ ਵਿੱਚ ਆ ਕੇ ਆਪਣੇ ਇੱਕ ਸਿੱਖ ਤੋਂ ਰਾਈਫਲ ਪਕੜ ਕੇ ਰਾਜਾ ਦਿਆਲ ਦੇ ਨਿਸ਼ਾਨਾ ਮੱਥੇ ਦਾ ਬੰਨ ਕੇ ਜਦੋਂ ਕਿਰਪਾਨ ਉਹ ਰਾਈਫਲ ਮਾਰੀ, ਨਿਸ਼ਾਨਾ ਮਾਰਿਆ। ਰਾਜਾ ਦਿਆਲ ਬਹੁਤ ਸੂਰਮਾ ਸੀ, ਬਹੁਤ ਵੱਡਾ ਯੋਧਾ ਮਹਾਬਲੀ ਸੂਰੀ ਸੀ। ਉਹਨੇ ਸਤਿਗੁਰ ਦੇ ਪਹਿਲੇ ਨਿਸ਼ਾਨੇ 'ਚ ਆਪਣੇ ਪ੍ਰਾਣ ਤਿਆਗ ਦਿੱਤੇ ਨੇ। ਮ੍ਰਿਤੂ ਹੋ ਗਿਆ, ਮੌਤ ਦੇ ਪ੍ਰਾਪਤੀ ਕਰਕੇ ਉਸ ਵਕਤ ਉਹ ਰਾਜਾ ਮ੍ਰਿਤਕ ਡੈਡ ਬਾਡੀ ਦੇ ਵਿੱਚ ਤਬਦੀਲ ਹੋ ਗਿਆ, ਮਰ ਗਿਆ। ਤੇ ਉਸ ਵੇਲੇ ਸਤਿਗੁਰ ਨੇ ਉਹ ਜਿਹੜੀ ਰਾਈਫਲ ਹੈ ਆਪਣੇ ਸਿੱਖਾਂ ਨੂੰ ਪਕੜਾ ਦਿੱਤੀ। ਬਾਅਦ ਵਿੱਚ ਘੋੜੇ ਤੇ ਸਵਾਰ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੱਥੇ ਦੇ ਵਿੱਚੋਂ ਵਿਸ਼ਾਲ ਤੀਰ ਕੱਢੇ ਨੇ। ਉਹ ਤੀਰ ਕੱਢ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਖ ਰਹੇ ਨੇ। ਹੁਣ ਕਹਿੰਦੇ ਇਹਨਾਂ ਪਾਪੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਇਹ ਜਿਹੜੀ ਜੰਗ ਹੈ ਦੂਣ ਦੀ ਨਾਦੂਣ ਦੀ ਜੰਗ ਦੇ ਵਿੱਚੋਂ ਫਤਿਹ ਪ੍ਰਾਪਤ ਕਰਕੇ ਜੰਗ ਦੀ ਸਮਾਪਤੀ ਕਰੀਏ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰ ਕੀਤੀ, ਦੋਨਾਂ ਪਾਸਿਆਂ ਤੋਂ ਕਾਫੀ ਸੂਰਮੇ ਮਾਰ ਦਿੱਤੇ ਗਏ ਨੇ, ਸ਼ਹੀਦ ਕਰ ਦਿੱਤੇ ਗਏ ਨੇ, ਬਹੁਤ ਵੱਡਾ ਨੁਕਸਾਨ ਹੋ ਚੁੱਕਿਆ।
ਤੇ ਸਤਿਗੁਰੂ ਜੀ ਕਹਿੰਦੇ ਅੱਗੇ ਹੁਣ ਸਮਾਂ ਲੱਗਣ ਨਹੀਂ ਦੇਣਾ, ਅੱਗੇ ਵਿਚਾਰ ਬਣ ਨਹੀਂ ਦੇਣੀ। ਇੱਥੇ ਇਹ ਜੰਗ ਦੀ ਸਮਾਪਤੀ ਕਰਕੇ ਭੀਮ ਚੰਦ ਸੈਨ ਨੇ ਸਾਡੇ ਪਾਸ ਬੇਨਤੀ ਕੀਤੀ ਹੈ। ਅਸੀਂ ਵੀ ਉਹਨਾਂ ਨਾਲ ਵਾਅਦਾ ਕੀਤਾ ਕਿ ਜਿਹੜੀ ਜੰਗ ਦੀ ਜਿੱਤ ਹੈ, ਫਤਿਹ ਹੈ, ਤੁਹਾਡੀ ਝੋਲੀ ਪਵੇਗੀ। ਹੁਣ ਇਹ ਫਤਿਹ ਪ੍ਰਾਪਤ ਕਰਵਾ ਕੇ ਇਹਨੂੰ ਵੱਡਾ ਮਾਣ ਸਨਮਾਨ ਦਵਾਈਏ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇ ਦਰਕਰ ਦੇ ਨਾਲ ਭੀਮ ਚੰਦ ਸੈਨ ਕਹਿਲੂਰ ਦਾ ਰਾਜਾ ਬਹੁਤ ਮਨ ਦੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਜੁੜਿਆ ਤੇ ਸਤਿਗੁਰ ਦੇ ਦਰਕਰ ਦੇ ਨਾਲ ਪ੍ਰੇਮ ਭਾਵਨਾ ਬਣਾ ਕੇ ਰੱਖੀ ਇਹਨੇ। ਹੁਣ ਇਹਦੀ ਅਰਦਾਸ ਬੇਨਤੀ ਜੁਦੜੀ ਪੂਰੀ ਕਰਨੀ ਬਣਦੀ ਹੈ। ਉਹਨਾਂ ਅਲਫ ਖਾਨ ਦੀ ਫੌਜ, ਰਾਜਾ ਕਿਰਪਾਲ ਕਟੋਚੀਆ, ਰਾਜਾ ਦਿਆਲ, ਇਹਨਾਂ ਤਿੰਨਾਂ ਵੱਡੇ ਸੂਰਮਿਆਂ ਦੇ ਵਿੱਚੋਂ ਮੇਨ ਇਹਨਾਂ ਦੀ ਫੌਜ ਹੈ ਨਾ ਜਿਹੜੀ, ਉਹਨਾਂ ਦੇ ਵਿੱਚੋਂ ਰਾਜਾ ਦਿਆਲ ਜਦੋਂ ਮਾਰ ਦਿੱਤਾ ਗਿਆ, ਬਹੁਤ ਵੱਡਾ ਸੂਰਮਾ ਸੀ। ਉਸ ਵਕਤ ਸਤਿਗੁਰੂ ਜੀ ਦੀ ਵਿਚਾਰੇ ਦਾ ਉਹਨਾਂ ਨੂੰ ਪਤਾ ਲੱਗੀ। ਉਹਨਾਂ ਨੇ ਮਨ ਦੇ ਵਿੱਚੋਂ ਧੀਰ ਜਿਹੜਾ ਸੀ ਧਾਰਨ ਕੀਤਾ, ਉਹ ਛੱਡ ਦਿੱਤਾ। ਮਨ ਦੇ ਵਿੱਚੋਂ ਵਿਚਾਰ ਜਿਹੜੀ ਜੰਗ ਜਿੱਤਣ ਦੀ ਸੀ, ਉਹ ਮਨ ਦੇ ਵਿੱਚੋਂ ਵਿਚਾਰ ਢਿੱਲੀ ਪੈ ਗਈ। ਮਨ ਦੇ ਵਿੱਚ ਦੁੱਖ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਕਿ ਹੁਣ ਅਸੀਂ ਹਾਰ ਜਾਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਧਰੋਂ ਘੋੜੇ ਤੇ ਸਵਾਰ ਹੋ ਕੇ ਪੱਥੇ ਵਿੱਚੋਂ ਵਿਸ਼ਾਲ ਤੀਰ ਕੱਢੇ ਨੇ। ਸੱਜੇ ਹੱਥ ਦੇ ਨਾਲ ਸਤਿਗੁਰੂ ਜੀ ਨੇ ਪਹਿਲਾ ਤੀਰ ਚਲਾਇਆ, ਬੈਰੀ ਦੀ ਫੌਜ ਵਿੱਚ ਮਾਰਿਆ ਤੇ ਕਾਫੀ ਬੈਰੀ ਦੀ ਫੌਜ ਵਿੱਚੋਂ ਜਿਹੜੇ ਯੋਧੇ ਸੀ, ਸਿਪਾਹੀ ਸੀ, ਫੌਜ ਸੀ, ਉਹਨਾਂ ਵਿੱਚੋਂ ਕਾਫੀ ਫੌਜਦਾਰ ਮਾਰ ਦਿੱਤੇ ਗਏ। ਕਿਉਂਕਿ ਗੁਰੂ ਸਤਿਗੁਰ ਦੇ ਤੀਰ ਦੇ ਨਾਲ, ਇੱਕ ਤੀਰ ਦੇ ਨਾਲ ਕਾਫੀ ਜਿਹੜੇ ਫੌਜਦਾਰ ਹੈ ਉਹ ਬਿੰਨ ਦਿੱਤੇ ਜਾਂਦੇ ਸਨ। ਜਿਵੇਂ ਕੋਈ ਮਾਲੀ ਵਧੀਆ ਸੋਹਣੇ ਫੁੱਲਾਂ ਨੂੰ ਇੱਕ ਮਾਲਾ ਵਿੱਚ ਪਰੋ ਦਿੰਦਾ, ਗੁੰਦ ਦਿੰਦਾ, ਇਸੇ ਤਰ੍ਹਾਂ ਕਹਿੰਦੇ ਸਤਿਗੁਰ ਦੇ ਤੀਰਾਂ ਦੇ ਵਿੱਚ ਕਾਫੀ ਸੂਰਮੇ ਜਿਹੜੇ ਸਨ ਬਿੰਨ ਦਿੱਤੇ ਜਾਂਦੇ ਸਨ। ਇੱਕ ਸਾਰ ਉਹ ਤੀਰ ਕਾਫੀ ਫੌਜਦਾਰਾਂ ਦੇ ਵਿੱਚ ਦੀ ਧੱਸ ਕੇ ਅੱਗੇ ਗਾਂਹ ਦੀ ਗਾਂਹ ਲੰਘ ਕੇ ਕਾਫੀ ਜਾਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ। ਇਦਾਂ ਸਤਿਗੁਰ ਦਾ ਤੀਰ ਹੈ। ਤੇ ਜਦੋਂ ਸਤਿਗੁਰ ਜੀ ਪੱਥੇ ਵਿੱਚੋਂ ਕੱਢ ਕੇ ਤੀਰ ਚੱਲੇ ਉੱਤੇ ਚਾੜਦੇ ਨੇ, ਕੰਨ ਤੱਕ ਚੱਲੇ ਨੂੰ ਖਿੱਚ ਕੇ ਉਸ ਚੱਲੇ ਨੂੰ ਛੱਡਦੇ ਨੇ, ਕਮਾਨ ਵਿੱਚੋਂ ਨਿਕਲ ਕੇ ਤੀਰ ਸੱਪ ਵਾਂਗ ਗੂੰਜਦਾ ਹੋਇਆ, ਫੁੰਕਾਰੇ ਮਾਰਦਾ ਹੋਇਆ ਤੀਰ ਜਾ ਕੇ ਵੈਰੀਆਂ ਦੇ ਸੀਨੇ ਵਿੱਚ ਲੱਗ ਜਾਂਦਾ। ਉਸ ਵਕਤ ਉਹਨਾਂ ਨੂੰ ਪਾਣੀ ਤੱਕ ਮੰਗਣ ਦਾ ਸਮਾਂ ਨਸੀਬ ਨਹੀਂ ਹੁੰਦਾ। ਉਸੇ ਵਕਤ ਉਹ ਮੌਤ ਪ੍ਰਾਪਤ ਕਰਕੇ ਸਰੀਰ ਤਿਆਗ ਦਿੰਦੇ ਸਨ, ਤੜਫ ਕੇ ਮਰ ਜਾਂਦੇ ਸਨ। ਏਦਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ। ਜੰਗ ਮੈਦਾਨ ਦੇ ਵਿੱਚ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਅੱਗੇ ਜਾ ਕੇ ਵੱਧ ਕੇ ਬੈਰੀਆਂ ਦੇ ਨਾਲ ਟਾਕਰਾ ਕੀਤਾ, ਕਿਉਂਕਿ ਹੁਣ ਛੇਤੀ ਦਿਨੇ ਜੰਗ ਦੀ ਜਿਹੜੀ ਫਤਿਹ ਕਰਨਾ ਚਾਹੁੰਦੇ ਆ, ਸਮਾਪਤੀ ਕਰਨਾ ਚਾਹੁੰਦੇ ਸਤਿਗੁਰੂ ਜੀ। ਔਰ ਜਿਹੜੀ ਫਤਿਹ ਆ ਰਾਜਾ ਭੀਮ ਚੰਦ ਸੈਨ ਦੀ ਝੋਲੀ ਪਾਉਣਾ ਚਾਹੁੰਦੇ ਆ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਹੁਣ ਸੱਜੇ ਹੱਥ ਦੇ ਨਾਲ ਇਸੇ ਤਰ੍ਹਾਂ ਪਹਿਲਾ ਤੀਰ, ਦੂਜਾ ਤੀਰ, ਤੀਜਾ ਤੀਰ, ਚੌਥਾ ਤੀਰ, 4 ਤੀਰ ਚਲਾਏ ਨੇ। ਉਹ ਚਾਰੇ ਦੇ ਚਾਰੇ ਤੀਰ ਜਾ ਕੇ ਵੈਰੀਆਂ ਦੀ ਫੌਜ ਵਿੱਚ ਲੱਗਦੇ ਨੇ ਤੇ ਵੈਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਉਸ ਵਕਤ ਠੱਲ ਮੱਚ ਗਈ, ਇਰਦ ਗਿਰਦ ਭੱਜਣ ਲੱਗ ਪਏ ਨੇ ਸੂਰਮੇ। ਇੰਨੇ ਲਾਸ਼ਾਂ ਦੇ, ਇੰਨੇ ਮ੍ਰਿਤਕ ਸਰੀਰਾਂ ਦੇ ਢੇਰ ਲੱਗ ਗਏ, ਗਿਣਤੀ ਕਰਨ ਤੋਂ ਪਰੇ ਦੀ ਗੱਲ ਹੈ। ਉਹ ਗਿਣਤੀ ਨਹੀਂ ਕੀਤੇ ਜਾ ਸਕਦੇ। ਉੱਚੀ ਥਾਂ ਤੇ ਜਦੋਂ ਇਹ ਜਿਹੜਾ ਕਿਰਪਾਲ ਕਟੋਚੀਆ, ਅਲਫ ਖਾਂ, ਇਹਨਾਂ ਦੀ ਫੌਜ ਜਿਹੜੀ ਉੱਚੀ ਥਾਂ ਤੇ ਆ ਪਹਾੜੀ ਦੇ ਉੱਤੇ,
ਜਦੋਂ ਉਹਨਾਂ ਦੇ ਸਰੀਰ ਉੱਤੇ ਤੀਰ ਵੱਜਦੇ ਨੇ, ਗੋਲੀਆਂ ਵੱਜਦੀਆਂ ਨੇ, ਤਾੜ ਤੜ ਕਰਕੇ ਗੋਲੀਆਂ ਚੱਲਦੀਆਂ ਨੇ, ਉਹ ਜਕਦਮ ਉੱਤੋਂ ਪਹਾੜੀ ਤੋਂ ਥੱਲੇ ਡਿੱਗਦੇ ਨੇ, ਲਟਕਦੇ ਆਉਂਦੇ, ਰੁੜਦੇ ਆਉਂਦੇ ਨੇ। ਇਦਾਂ ਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਲਾਲ ਰੰਗ ਦੀ ਧਰਤੀ ਹੋ ਗਈ, ਖੂਨ ਦੇ ਨਾਲ ਲੱਥਪੱਥ ਹੋ ਗਈ, ਕੱਚੀ ਮਿੱਟੀ, ਗਿੱਲੀ ਮਿੱਟੀ ਦੇ ਵਿੱਚ ਲਾਲ ਰੰਗ ਦੀ ਮਿੱਟੀ ਗਾਰੇ ਦੇ ਵਿੱਚ ਤਬਦੀਲ ਹੋ ਗਈ। ਇਦਾਂ ਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਹੁਣ ਕਿਸੇ ਦੇ ਹੱਥ ਕੱਟਿਆ ਗਿਆ, ਕਿਸੇ ਦੀ ਬਾਂਹ ਕੱਟੀ ਗਈ, ਕਿਸੇ ਦੇ ਸਰੀਰ ਉੱਤੋਂ ਕਿਸੇ ਪ੍ਰਕਾਰ ਦਾ ਅੰਗ ਕੱਟਿਆ ਗਿਆ, ਕਿਸੇ ਦੀ ਧੜ ਸੀਸ ਨਾਲੋਂ ਵੱਖ ਹੋ ਗਈ, ਕਿਸੇ ਦੇ ਬਹੁਤ ਗਹਿਰਾ ਡੂੰਘਾ ਜ਼ਖਮ ਲੱਗਾ, ਉਹਦੇ ਨਾਲ ਮਰ ਗਿਆ ਤੜਫ ਕੇ। ਕੋਈ ਤੜਫ ਰਿਹਾ, ਜ਼ਖਮਾਂ ਦੀ ਜਿਹੜੀ ਪੀੜ ਹੈ, ਦਰਦ ਹੈ, ਉਹ ਹਿਰਦੇ ਵਿੱਚ ਪ੍ਰਾਪਤ ਕਰ ਰਿਹਾ। ਕੋਈ ਸਹਿਕਦਾ ਹੋਇਆ ਹੀ ਲੜ ਰਿਹਾ ਏ, ਉਹ ਆਪਣੇ ਪ੍ਰਾਣ ਸਰੀਰ ਵਿੱਚੋਂ ਤਿਆਗਦਾ ਹੋਇਆ ਦੁੱਖ ਮਨਾਉਂਦਾ ਤੇ ਨਾਲ ਦੀ ਨਾਲ ਬਹੁਤ ਵੱਡੇ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਵੀ ਲੜੀ ਜਾ ਰਿਹਾ। ਹੁਣ ਜਿੰਨਾ ਚਿਰ ਸਰੀਰ ਵਿੱਚੋਂ ਜਾਨ ਨਹੀਂ ਨਾ ਨਿਕਲਦੀ, ਸਰੀਰ ਵਿੱਚੋਂ ਜੀਵ ਆਤਮਾ ਇੱਕ ਵੱਖ ਨਹੀਂ ਨਾ ਹੁੰਦੀ, ਉਹਨਾਂ ਟਾਈਮ ਉਹ ਯੋਧੇ ਆਪਣੇ ਤੋਂ ਐਪੋਜੈਟ ਮਨੁੱਖ ਦੇ ਨਾਲ, ਆਪਣੇ ਤੋਂ ਵਿਰੋਧੀ ਮਨੁੱਖ ਦੇ ਨਾਲ ਲੜਦੇ ਆ। ਜਿੰਨਾ ਚਿਰ ਸਰੀਰ ਵਿੱਚੋਂ ਜਾਨ ਨਹੀਂ ਨਿਕਲਦੀ, ਜਿੰਨਾ ਚਿਰ ਮਰਤੂ ਨਹੀਂ ਹੁੰਦੇ, ਸ਼ਹੀਦ ਨਹੀਂ ਹੁੰਦੇ। ਇਦਾਂ ਦਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਤੀਰ ਆਪਣੇ ਖੱਬੇ ਹੱਥ ਦੇ, ਵਾਹਿਗੁਰੂ ਸੱਜੇ ਹੱਥ ਦੇ ਨਾਲ ਛੱਡੇ ਨੇ। ਉਹ ਚਾਰੇ ਦੇ ਚਾਰੇ ਤੀਰ ਖਾਲੀ ਨਹੀਂ ਜਾਂਦੇ, ਬੈਰੀਆਂ ਦੇ ਸਰੀਰ ਨੂੰ ਵਿੰਨ ਕੇ ਰੱਖ ਦਿੰਦੇ ਨੇ, ਉਸੇ ਵਕਤ ਤੋਂ ਮਰ ਜਾਂਦੇ ਨੇ ਤੜਫ ਤੜਫ ਕੇ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਦਾਂ ਦੀ ਕਲਾ ਦੇਖ ਕੇ ਵੈਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਸੋਚਣ ਲੱਗੇ ਸਤਿਗੁਰੂ ਦੀ ਬਹੁਤ ਵੱਡੀ ਤਾਕਤ ਦੇ ਮਾਲਕ ਨੇ, ਬਹੁਤ ਵੱਡੀ ਕਿਰਪਾ ਰਹਿਮਤ ਦੇ ਮਾਲਕ ਹੈ। ਸਤਿਗੁਰੂ ਜੀ ਬਹੁਤ ਵੱਡੇ ਯੋਧੇ ਮਹਾਬਲੀ ਸੂਰੇ ਆ, ਇਹਨਾਂ ਅੱਗੇ ਕੌਣ ਖੜ ਸਕਦਾ? ਭਾਵ ਕੋਈ ਨਹੀਂ। ਇਹਨਾਂ ਦਾ ਸਾਹਮਣਾ ਕੌਣ ਕਰ ਸਕਦਾ? ਭਾਵ ਕੋਈ ਨਹੀਂ। ਉਸ ਵੇਲੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਇਰਦ ਗਿਰਦ ਭੱਜਣ ਲੱਗੇ। ਕਿਸੇ ਨੇ ਜਾਨ ਬਚਾ ਕੇ ਭੱਜਣਾ ਕੀਤਾ, ਕਿਸੇ ਨੇ ਮੌਤ ਪ੍ਰਾਪਤ ਕੀਤੀ ਹੈ, ਕੋਈ ਤੜਫ ਰਿਹਾ। ਇਦਾਂ ਕਰਕੇ ਦ੍ਰਿਸ਼ ਦੇਖਣ ਨੂੰ ਮਿਲਦਾ। ਹੁਣ ਉਸ ਵੇਲੇ ਸਤਿਗੁਰੂ ਨੇ 4 ਤੀਰ ਛੱਡੇ ਸੱਜੇ ਹੱਥ ਦੇ ਨਾਲ ਤੇ 3 ਤੀਰ ਛੱਡੇ ਸਤਿਗੁਰੂ ਜੀ ਨੇ ਖੱਬੇ ਹੱਥ ਦੇ ਨਾਲ। ਖੱਬੇ ਹੱਥ ਦੇ ਨਾਲ ਸਤਿਗੁਰੂ ਜੀ ਉਹ ਕੰਨ ਤੱਕ ਚਿੱਲਾ ਖਿੱਚਦੇ ਨੇ ਕਮਾਨ ਦਾ। ਕਮਾਨ ਦੇ ਵਿੱਚ ਧਰ ਕੇ ਚਿੱਲੇ ਦੇ ਉੱਤੇ ਚਾੜ ਕੇ ਤੀਰ ਜਦੋਂ ਛੱਡਦੇ, ਛੂਕਦਾ ਹੋਇਆ ਤੀਰ ਬੈਰੀਆਂ ਤੱਕ ਪਹੁੰਚਦਾ। ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਲੈ ਹੁਣ ਸਾਡੀ ਮੌਤ ਨਜ਼ਦੀਕ ਹੈ। ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ। ਉਸ ਵੇਲੇ ਅੰਦਾਜ਼ਾ ਲਾ ਲੈਂਦੇ ਹੁਣ ਸਤਿਗੁਰੂ ਨੇ ਤੀਰ ਛੱਡਿਆ, ਸਾਡੇ ਵਿੱਚੋਂ ਕਿਸੇ ਦੀ ਖੈਰ ਨਹੀਂ, ਜ਼ਰੂਰ ਕੋਈ ਆਪਣੇ ਪ੍ਰਾਣ ਤਿਆਗੇਗਾ। ਇਦਾਂ ਅਨੁਮਾਨ ਲਾ ਲੈਂਦੇ, ਦੇਖ ਰਹੇ ਨੇ। ਉਸ ਵਕਤ ਸਤਿਗੁਰ ਦੀ ਇਸ ਵੱਡੀ ਸੂਰਮਤਾ ਦੀ ਵਿਚਾਰ ਹੋਣਾ ਕੀਤੀ ਉੱਥੇ। ਹੁਣ ਕਹਿੰਦੇ ਅਲਫ ਖਾਂ ਤੇ ਉਸ ਵਕਤ ਕਿਰਪਾਲ ਕਟੋਚੀਆ ਦੋਨੋਂ ਜਣੇ ਰਹਿ ਗਏ। ਉਹ ਮਨ ਵਿੱਚ ਵਿਚਾਰ ਕਰਨ ਲੱਗੇ ਨੇ, ਕਹਿੰਦੇ ਲਓ ਹੁਣ ਆਪਣੀ ਹਾਰ ਪੱਕੀ ਹੈ, ਹੁਣ ਤੇ ਆਪਾਂ ਹਾਰ ਜਾਣਾ। ਜੰਗ ਮੈਦਾਨ ਵਿੱਚੋਂ ਫਤਿਹ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਸਤਿਗੁਰੂ ਜੀ ਬਹੁਤ ਵੱਡੇ ਯੋਧੇ ਮਹਾਬਲੀ ਸੂਰੇ ਆ। ਹੁਣ ਸਤਿਗੁਰੂ ਜੀ ਦਾ ਊਟ ਆਸਰਾ ਤੱਕਿਆ ਭੀਮ ਚੰਦ ਸੈਨ ਨੇ। ਭੀਮ ਚੰਦ ਸੈਨ ਨੂੰ ਹਰਾਉਣਾ ਬਹੁਤ ਨਾਮੁਮਕਿਨ ਦੀ ਗੱਲ ਹੈ, ਨਹੀਂ ਹਰਾ ਸਕਦੇ। ਉਹਨਾਂ ਨੇ ਵਿਚਾਰ ਕੀਤੀ, ਅਲਫ ਖਾਂ ਤੇ ਕਿਰਪਾਲ ਕਟੋਚੀਏ ਨੇ। ਕਹਿੰਦੇ ਹੁਣ ਇਉਂ ਕਰਦੇ ਆ, ਫਤਿਹ ਤੇ ਸਾਡੀ ਨਹੀਂ ਹੋ ਸਕਦੀ, ਅਸੀਂ ਫਤਿਹ ਤੇ ਪ੍ਰਾਪਤ ਨਹੀਂ ਕਰ ਸਕਦੇ, ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਕਮ ਸੇ ਕਮ ਸਾਡੇ ਕੋਲ ਜਿਹੜੀ ਸਾਡੀ ਜਾਨ ਉਹ ਤੇ ਬਚਾ ਲਈਏ। ਜਦੋਂ ਸਤਿਗੁਰੂ ਜੀ ਇਹਨਾਂ ਤੋਂ ਵੱਖ ਹੋਣਗੇ,
ਸਤਿਗੁਰੂ ਜੀ ਇਹਨਾਂ ਤੋਂ ਦੂਰ ਹੋਣਗੇ, ਭੀਮ ਚੰਦ ਸੈਨ ਦੇ ਨਾਲ ਬਾਅਦ ਵਿੱਚ ਲੜਾਈ ਕਰਾਂਗੇ, ਟਾਕਰਾ ਕਰਾਂਗੇ, ਯੁੱਧ ਕਰਾਂਗੇ, ਬਾਅਦ ਵਿੱਚ ਸਾਡੀ ਜਿੱਤ ਜ਼ਰੂਰ ਹੋਵੇਗੀ। ਫੇਰ ਅਸੀਂ ਇਹਨਾਂ ਤੋਂ ਜਿੱਤ ਪ੍ਰਾਪਤ ਜ਼ਰੂਰ ਕਰਾਂਗੇ, ਮਨ ਭਾਉਂਦੀ ਵਿਚਾਰ ਕਰਾਂਗੇ। ਹੁਣ ਆਂਕੜੋ ਆਪਾਂ ਪਿੱਛੇ ਹਟ ਜਾਂਦੇ ਆ, ਪਿੱਛੇ ਹਟ ਕੇ ਜਾਨ ਬਚਾ ਕੇ ਆਪਣੇ ਜਿਹੜੇ ਲੱਕੜ ਦਾ ਕਿਲਾ ਬਣਾਇਆ, ਲੱਕੜਾਂ ਦਾ ਗੜੀ ਬਣਾਈ ਹੈ, ਉਹ ਕਿਲੇ ਵਿੱਚ ਜਾ ਕੇ ਪ੍ਰਵੇਸ਼ ਕਰਨੇ ਆ। ਕਿਉਂਕਿ ਪਹਿਲਾਂ ਕਿਲੇ ਵਿੱਚੋਂ ਨਿਕਲ ਕੇ ਇਹਨਾਂ ਨੇ ਵਾਰ ਕੀਤੇ ਫੌਜ ਦੇ ਉੱਤੇ, ਭੀਮ ਚੰਦ ਦੀ ਫੌਜ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ। ਪਰ ਜਦੋਂ ਹੁਣ ਸਤਿਗੁਰੂ ਜੀ ਆ ਗਏ ਨੇ, ਆਓ ਕਰਦੇ ਚਲੋ ਲੱਕੜਾਂ ਦੇ ਕਿਲੇ ਵਿੱਚ ਚੱਲੀਏ, ਚੱਲ ਕੇ ਲੁਕ ਚੱਲੀਏ, ਜਾਨ ਬਚਾਈਏ। ਉਸ ਵੇਲੇ ਉਹਨਾਂ ਨੇ ਪਿੱਛੇ ਹਟ ਕੇ ਲੱਕੜ ਦੇ ਕਿਲੇ ਵਿੱਚ ਪ੍ਰਵੇਸ਼ ਕੀਤਾ। ਕਿਲੇ ਵਿੱਚ ਜਦੋਂ ਪ੍ਰਵੇਸ਼ ਕੀਤਾ ਤੇ ਸਤਿਗੁਰੂ ਜੀ ਅੰਦਰੋਂ ਕਿੱਥੇ ਹਟਦੇ ਨੇ, ਜਿੰਨਾ ਚਿਰ ਮੌਤ ਦੇ ਘਾਟ ਨਾ ਬੈਰੀ ਨੂੰ ਉਤਾਰ ਦਈਏ, ਉਹਨਾਂ ਚਿਰ ਕਹਿੰਦੇ ਸਤਿਗੁਰੂ ਜੀ ਕਿੱਥੇ ਪਿੱਛੇ ਹਟਦੇ ਭਾਵ ਨਹੀਂ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਾਫੀ ਤੀਰ ਛੱਡੇ ਨੇ, ਤੀਰ ਛੱਡੇ ਜਿਹੜੇ ਅੱਧੇ ਤੇ ਜਾ ਕੇ ਲੱਕੜ ਦੇ ਕਿਲੇ ਵਿੱਚ ਜਾ ਕੇ ਵੱਜਦੇ ਨੇ ਵੈਰੀਆਂ ਦੇ। ਉਹਨਾਂ ਨੇ ਸਮਝ ਲਿਆ ਹੁਣ ਸਤਿਗੁਰੂ ਜੀ ਸਾਨੂੰ ਜਾਨ ਤੋਂ ਮਾਰੇ ਬਿਨਾਂ ਕਦਾਚਿਤ ਵੀ ਰੋਕਣਗੇ ਨਹੀਂ, ਥੰਮਣਗੇ ਨਹੀਂ। ਇਉਂ ਕਰਨੇ ਆ, ਇਹ ਕਿਲਾ ਛੱਡ ਕੇ ਪਿੱਛੋਂ ਦੀ ਭੱਜ ਜਾਂਦੇ ਆ। ਉਸ ਵਕਤ ਸਵੇਰ ਤੋਂ ਦੁਪਹਿਰ ਤੋਂ ਸ਼ਾਮ ਤੱਕ ਇਦਾਂ ਜੰਗ ਹੁੰਦੀ ਰਹੀ। ਸਤਿਗੁਰੂ ਜੀ ਨੇ ਕਾਫੀ ਇਕੱਲਿਆਂ ਨੇ ਹੀ ਮੌਤ ਦੇ ਘਾਟ ਉਤਾਰ ਦਿੱਤੇ ਉਹਨਾਂ ਦੇ ਫੌਜਦਾਰ। ਉਸ ਵਕਤ ਵਿਚਾਰ ਕਰਨਾ ਕੀਤੀ ਇਹਨਾਂ ਨੇ, ਸਤਿਗੁਰੂ ਜੀ ਨੇ ਵਿਚਾਰ ਕੀਤੀ, ਕਹਿੰਦੇ ਆਓ ਕਰੋ ਹੁਣ ਆਰਾਮ ਕਰੋ, ਜਲ ਪਾਣੀ ਪ੍ਰਸ਼ਾਦਾ ਪਾਣੀ ਛਕੋ, ਸਵੇਰ ਤੱਕ ਇਹਨਾਂ ਨੂੰ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਫਤਿਹ ਪ੍ਰਾਪਤ ਕਰਾਂਗੇ। ਵੈਸੇ ਫਤਿਹ ਪ੍ਰਾਪਤ ਹੋ ਚੁੱਕੀ ਹੈ, ਕਿਉਂਕਿ ਜਦੋਂ ਦਾ ਰਾਜਾ ਦਿਆਲ ਮਾਰ ਦਿੱਤਾ ਗਿਆ ਉਦੋਂ ਦੀ ਹੀ ਫਤਿਹ ਪ੍ਰਾਪਤ ਹੋਣ ਦੀ ਵਿਚਾਰ ਪ੍ਰਾਪਤ ਹੋ ਗਈ ਹੈ। ਇਹ ਡੰਕਾ ਵੱਜ ਚੁੱਕਿਆ ਕਿ ਫਤਿਹ ਰਾਜਾ ਭੀਮ ਚੰਦ ਸੈਨ ਨੂੰ ਮਿਲ ਚੁੱਕੀ ਹੈ। ਪਰ ਫੇਰ ਵੀ ਉਹਨਾਂ ਫਾਈਨਲ ਕਰਨਾ, ਫੇਰ ਵੀ ਉਹਨੂੰ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਵਿਚਾਰ ਕਰਨਾ ਬਣਦਾ। ਜੇ ਕਿਰਪਾਲ ਕਟੋਚੀਆ, ਅਲਫ ਖਾਂ, ਇਹਨਾਂ ਨੂੰ ਮਾਰ ਕੇ ਇੱਥੋਂ ਭਜਾ ਕੇ ਖਦੇੜ ਕੇ ਉਹ ਲੱਕੜ ਦੇ ਕਿਲੇ ਵਿੱਚ ਗਾੜੀ ਦੇ ਵਿੱਚ ਕਬਜ਼ਾ ਕਰਨਾ ਵੀ ਬਣਦਾ ਏ। ਉਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆਓ ਕਰੋ ਵੀ ਹੁਣ ਤੁਸੀਂ ਆਰਾਮ ਕਰ ਲਓ, ਸਵੇਰ ਹੁੰਦਿਆਂ ਸਾਰ ਇਹਨਾਂ ਤੇ ਧਾਵਾ ਬੋਲਾਂਗੇ, ਇਹਨਾਂ ਨੂੰ ਖਦੇੜ ਦੇਵਾਂਗੇ, ਮਾਰ ਦੇਵਾਂਗੇ। ਕਿਲੇ ਦੇ ਉੱਤੇ ਵੀ ਆਪਾਂ ਆਪਣਾ ਜਿਹੜਾ ਰੁਤਬਾ ਕਾਇਮ ਕਰਾਂਗੇ। ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਦਾਂ ਸਿੱਖਾਂ ਨੂੰ ਹੁਕਮ ਕੀਤਾ ਤੇ ਸਿੱਖਾਂ ਨੇ ਸਤਿਗੁਰ ਦੇ ਪਾਵਨ ਪਵਿੱਤਰ ਹੁਕਮ ਦੀ ਪਾਲਣਾ ਕਰਦੇ ਹੋਏ ਉਸ ਵਕਤ ਆਪਣੀ ਵਿਚਾਰ ਪ੍ਰਾਪਤ ਕਰਦੇ ਹੋਏ ਆਰਾਮ ਕੀਤਾ। ਹੁਣ ਇਧਰੋਂ ਕਿਰਪਾਲ ਚੰਦ ਕਟੋਚੀਆ ਤੇ ਅਲਫ ਖਾਂ ਉਹਨਾਂ ਨੇ ਵਿਚਾਰ ਕੀਤੀ, ਕਹਿੰਦੇ ਸਤਿਗੁਰੂ ਜੀ ਨੇ ਹੁਣ ਸਾਨੂੰ ਛੱਡਣਾ ਨਹੀਂ, ਮਾਰੇ ਤੋਂ ਬਿਨਾਂ ਪਿੱਛੇ ਨਹੀਂ ਹਟਣਾ। ਇਉਂ ਕਰਦੇ ਜਿੰਨੀ ਕੁ ਫੌਜ ਬਚੀ ਹੈ ਇਹਨਾਂ ਨੂੰ ਲੈ ਕੇ ਆਪਣੇ ਪ੍ਰਾਣ ਬਚਾ ਕੇ ਆ ਗੜੀ ਦੇ ਪਿੱਛੋਂ ਦੀ ਨਿਕਲ ਜਾਂਦੇ ਆ, ਭੱਜ ਜਾਂਦੇ ਆ। ਸਤਿਗੁਰੂ ਜੀ ਦੇ ਏਡੇ ਵੱਡੇ ਮਹਾਬਲੀ ਸੂਰਮਿਆਂ ਯੋਧੇ ਆ, ਉਹਨਾਂ ਅੱਗੇ ਕੌਣ ਟਿਕੇਗਾ, ਭਾਵ ਕੋਈ ਨਹੀਂ। ਉਹ ਤੇ ਧੁਰ ਦਰਗਾਹ ਤੋਂ ਹੀ ਉਦਾਂ ਦੀ ਵਿਚਾਰ ਵਾਲੇ ਆਏ ਨੇ, ਪਹੁੰਚੇ ਨੇ, ਉਹਨਾਂ ਨੂੰ ਕੋਈ ਕੌਣ ਰੋਕ ਸਕਦਾ, ਭਾਵ ਕੋਈ ਨਹੀਂ। ਇਦਾਂ ਕਰਕੇ ਵਿਚਾਰ ਹੋਣਾ ਕੀਤੀ ਗੁਰੂ ਪਿਆਰੇ ਉਹਨਾਂ ਦੀ ਆਪਸ ਦੇ ਵਿੱਚ ਦੋਨਾਂ ਦੀ। ਕਹਿੰਦੇ ਆਉਂ ਕਰਦੇ ਆ ਫਿਰ ਇੱਥੋਂ ਵੀ ਜਾਨ ਬਚਾ ਕੇ ਭੱਜ ਚੱਲਦੇ ਆ, ਜਦੋਂ ਸਮਾਂ ਆਵੇਗਾ ਅਸੀਂ ਸਮੇਂ ਦੀ ਉਡੀਕ ਕਰਾਂਗੇ, ਆਪਣਾ ਦਾ ਲਾਵਾਂਗੇ, ਭੀਮ ਚੰਦ ਸੈਨ ਦਾ ਵੱਡਾ ਨੁਕਸਾਨ ਕਰਾਂਗੇ, ਮਾਰ ਦੇਵਾਂਗੇ ਇਹਨੂੰ। ਦਾ ਪੇਚ ਦੇ ਨਾਲ ਹੀ ਹੈ ਨਾ, ਸਿਆਸਤ ਦੇ ਨਾਲ ਹੀ ਹੈ। ਜੇਕਰ ਇਦਾਂ ਦੀ ਵਿਚਾਰ ਹੋਵੇ
ਤੇ ਛੇਤੀ ਦੇਣੇ ਨੂੰ ਮਾਰ ਦੇਵਾਂਗੇ। ਉਸ ਵੇਲੇ ਉਹਨਾਂ ਦੋਨਾਂ ਨੇ ਵਿਚਾਰ ਬਣਾਈ, ਜਿੰਨੀ ਕੁ ਉਹਨਾਂ ਕੋਲ ਫੌਜ ਸੀ ਉਹਨਾਂ ਨੂੰ ਸਾਰਿਆਂ ਨੂੰ ਅਲਰਟ ਕਰ ਦਿੱਤਾ ਗਿਆ ਕਿ ਰਾਤ ਦੇ ਵਿਖੇ ਆਪਾਂ ਇੱਥੋਂ ਚਲੇ ਜਾਣਾ, ਭੱਜ ਜਾਣਾ। ਉਸ ਵਕਤ ਇੱਕ ਮਨੁੱਖ ਨੂੰ ਅਲਫ ਖਾਂ ਤੇ ਕਿਰਪਾਲ ਚੰਦ ਕਟੋਚੀਏ ਵੱਲੋਂ ਹੁਕਮ ਕੀਤਾ ਗਿਆ ਕਿ ਤੂੰ ਭਾਈ ਇੱਥੇ ਸਾਰੀ ਰਾਤ ਨਗਾਰਾ ਵਜਾਉਂਦੇ ਰਹਿਣਾ। ਸਤਿਗੁਰੂ ਜੀ ਨੂੰ ਇਹ ਪਤਾ ਚੱਲਦਾ ਰਵੇ ਕਿ ਅਸੀਂ ਇੱਥੇ ਮੌਜੂਦ ਹਾਂ, ਉਹਨਾਂ ਨੂੰ ਭੁਲੇਖਾ ਪਵੇ। ਪਰ ਸਤਿਗੁਰੂ ਜੀ ਤੇ ਜਾਣੀ ਜਾਣਾ ਨਾ, ਜਾਣਦੇ ਨੇ ਸਤਿਗੁਰੂ ਜੀ ਸਭ ਕੁਝ, ਸਾਰਿਆਂ ਦੇ ਦਿਲਾਂ ਦੀ ਜਾਣਦੇ ਨੇ, ਕੀ ਬੀਤਦਾ ਕੀ ਬੀਤਣ ਵਾਲਾ ਤੇ ਅੱਗੇ ਕੀ ਬੀਤ ਚੁੱਕਿਆ, ਸਭ ਕੁਝ ਜਾਣਦੇ ਨੇ। ਆਉਣ ਵਾਲੇ ਸਮੇਂ ਨੂੰ ਵੀ ਜਾਣਦੇ ਨੇ, ਜਿਹੜਾ ਸਮਾਂ ਬੀਤੀਤ ਹੋ ਰਿਹਾ ਉਹਨੂੰ ਵੀ ਜਾਣਦੇ ਨੇ, ਤੇ ਜਿਹੜਾ ਸਮਾਂ ਬਤੀਤ ਹੋ ਚੁੱਕਿਆ ਉਹਨੂੰ ਵੀ ਜਾਣਦੇ ਨੇ। ਸਤਿਗੁਰੂ ਜੀ ਤੋਂ ਕੋਈ ਲੁਕਿਆ ਛੁਪਿਆ ਨਹੀਂ ਰਿਹਾ। ਉਸ ਵੇਲੇ ਗੁਰੂ ਪਿਆਰਿਓ, ਇਹਨਾਂ ਨੇ ਮਨ ਵਿੱਚ ਵਿਚਾਰ ਕੀਤੀ ਕਿ ਸਤਿਗੁਰੂ ਨੂੰ ਕਿਹੜਾ ਪਤਾ ਲੱਗਣਾ। ਉਹਨਾਂ ਨੇ ਇੱਕ ਮਨੁੱਖ ਨੂੰ ਬਹਾ ਦਿੱਤਾ, ਉਹ ਸਾਰੀ ਰਾਤ ਉਹਨੂੰ ਨਗਾਰਾ ਵਜਾਉਣ ਦਾ ਉਪਦੇਸ਼ ਦਿੱਤਾ, ਹੁਕਮ ਕਰ ਦਿੱਤਾ ਕਿ ਥੋੜੇ ਸਮੇਂ ਬਾਅਦ ਤੂੰ ਨਗਾਰਾ ਵਜਾ ਦੇਣਾ। ਬਸ ਇੰਨਾ ਕੁ ਉਹਨਾਂ ਨੂੰ ਪਤਾ ਲੱਗੇ, ਸਤਿਗੁਰੂ ਜੀ ਨੂੰ, ਭੀਮ ਚੰਦ ਸੈਨ ਨੂੰ, ਕਿ ਕਿਰਪਾਲ ਕਟੋਚੀਆ ਵੀ ਇੱਥੇ ਹੈ, ਅਲਫ ਖਾਂ ਵੀ ਇੱਥੇ ਹੈ, ਫੌਜ ਵੀ ਇੱਥੇ ਹੈ। ਉਹ ਸਮਝਣੇ ਗੱਲ ਨੂੰ। ਕਹਿੰਦੇ ਜਦੋਂ ਦਿਨ ਦਾ ਚੜਾ ਆ ਗਿਆ, ਤੂੰ ਵੀ ਨਗਾਰਾ ਛੱਡ ਕੇ ਸਾਡੇ ਪਿੱਛੇ ਪਿੱਛੇ ਆ, ਜਮੀ ਜਾਨ ਬਚਾ ਕੇ। ਇਦਾਂ ਦੀ ਵਿਚਾਰ ਕੀਤੀ ਉਹਨਾਂ ਨੇ। ਉਸੇ ਤਰ੍ਹਾਂ ਹੀ ਉਹ ਜਿਹੜਾ ਨਗਾਰਾ ਵਜਾਉਣ ਵਾਲਾ ਮਨੁੱਖ ਹੈ ਉਹਨੂੰ ਬਹਾ ਦਿੱਤਾ ਗਿਆ। ਤੇ ਜਦੋਂ ਬਹਾਇਆ, ਉਹ ਰਾਤ ਨੂੰ ਵਿੱਚੋਂ ਵਿੱਚ ਨਗਾਰੇ ਦੇ ਉੱਤੇ ਚੋਟਾਂ ਮਾਰ ਕੇ ਉਹਨੂੰ ਵਜਾਇਆ ਕਰੇ। ਉਸ ਵਕਤ ਅੱਧੀ ਫੌਜ ਨੂੰ ਪ੍ਰਤੀਤ ਹੁੰਦਾ ਰਿਹਾ, ਇੱਧਰ ਭੀਮ ਚੰਦ ਸੈਨ ਦੀ ਫੌਜ ਨੂੰ ਇਦਾਂ ਪ੍ਰਤੀਤ ਹੁੰਦਾ ਰਿਹਾ ਕਿ ਕਿਰਪਾਲ ਕਟੋਚੀਆ, ਅਲਫ ਖਾਂ, ਬਾਕੀ ਦੀ ਸੈਨ ਜਿਹੜੀ ਬਚ ਗਈ ਹੈ, ਸੈਨਾ ਬਚ ਗਈ ਹੈ, ਉਹ ਇੱਥੇ ਹੀ ਮੌਜੂਦ ਹੈ। ਇਦਾਂ ਭੁਲੇਖਾ ਪੈਂਦਾ ਰਿਹਾ। ਪਰ ਸਤਿਗੁਰੂ ਦੀ ਜਾਣੀ ਜਾਣ ਉਹਨਾਂ ਨੂੰ ਸਭ ਕੁਝ ਪਤਾ ਲੱਗ ਗਿਆ ਕਿ ਇਹਨਾਂ ਪਾਪੀਆਂ ਨੇ, ਬੁਜ਼ਦਲਾਂ ਨੇ ਆਪਣੀ ਜਾਨ ਨੂੰ ਪਿਆਰੀ ਸਮਝ ਕੇ ਇੱਥੋਂ ਦੌੜਨ ਦੀ ਵਿਚਾਰ ਸਮਝ ਲਈ ਹੈ, ਬਣਾ ਲੈਣਾ ਕੀਤੀ ਹੈ। ਤੇ ਸਤਿਗੁਰੂ ਜੀ ਨੇ ਵਿਚਾਰ ਸਮਝ ਲੈਣਾ ਕੀਤੀ, ਉਹਨਾਂ ਤੋਂ ਕੁਝ ਲੁਕਿਆ ਨਹੀਂ ਰਿਹਾ। ਉਸ ਵਕਤ ਇਹ ਜਦੋਂ ਭੱਜੇ ਨੇ, ਰਾਤ ਨੂੰ ਆਪਣੀ ਜਾਨ ਬਚਾ ਕੇ ਭੱਜੇ ਨੇ, ਸਤਿਗੁਰੂ ਜੀ ਨੂੰ ਪਤਾ ਚੱਲ ਚੁੱਕਿਆ ਸੀ। ਪਰ ਫਿਰ ਵੀ ਗੁਰੂ ਸਤਿਗੁਰੂ ਨੇ ਰੋਕਿਆ ਨਹੀਂ, ਇਹਨਾਂ ਤੇ ਵਾਰ ਨਹੀਂ ਕੀਤਾ, ਕਿਉਂਕਿ ਸਤਿਗੁਰ ਦੀ ਵਿਚਾਰ ਹੈ, ਜਿਹੜਾ ਭੱਜਿਆ ਜਾਂਦਾ ਮਨੁੱਖ ਉੱਤੇ ਵਾਰ ਨਹੀਂ ਕਰਨਾ, ਸੁੱਤੇ ਪਏ ਮਨੁੱਖ ਤੇ ਵਾਰ ਨਹੀਂ ਕਰਨਾ, ਨਿਹੱਤੇ ਮਨੁੱਖ ਤੇ ਵਾਰ ਨਹੀਂ ਕਰਨਾ। ਇਹ ਤਿੰਨ ਵਿਚਾਰਾਂ ਸੂਰਮਿਆਂ ਦੀਆਂ, ਸਤਿਗੁਰ ਦੇ ਬਚਨ ਹੈ। ਭੱਜੇ ਜਾਂਦੇ ਮਨੁੱਖ ਤੇ ਵਾਰ ਨਹੀਂ ਕਰਨਾ, ਨਿਹੱਥੇ ਮਨੁੱਖ ਤੇ ਵਾਰ ਨਹੀਂ ਕਰਨਾ, ਸੁੱਤੇ ਪਏ ਮਨੁੱਖ ਤੇ ਵਾਰ ਨਹੀਂ ਕਰਨਾ। ਇਹ ਵਿਚਾਰਾਂ ਸਤਿਗੁਰ ਦੀਆਂ, ਜੰਗ ਜੁੱਧ ਦੀਆਂ, ਅਸਲ ਸੂਰਮਿਆਂ ਦੀ ਨਿਸ਼ਾਨੀ ਹੈ। ਉਸ ਵਕਤ ਉਹਨਾਂ ਨੇ ਜਾਨ ਬਚਾ ਕੇ ਭੱਜਣ ਦੀ ਕੀਤੀ, ਭੱਜ ਗਏ ਨੇ। ਤੇ ਸਤਿਗੁਰੂ ਜੀ ਨੂੰ ਸਭ ਪਤਾ ਹੈ, ਗਿਆਨ ਨੇ ਸੋਝੀ ਹੈ, ਪਰ ਫਿਰ ਵੀ ਰੋਕਿਆ ਨਹੀਂ, ਭੱਜੇ ਜਾਂਦਿਆਂ ਤੇ ਵਾਰ ਨਹੀਂ ਕੀਤਾ। ਤੇ ਸਤਿਗੁਰੂ ਜੀ ਨੂੰ ਭੁਲੇਖਾ ਪਾਉਣ ਵਾਸਤੇ, ਭੀਮ ਚੰਦ ਨੂੰ ਭੁਲੇਖਾ ਪਾਉਣ ਵਾਸਤੇ ਸਾਰੀ ਰਾਤ ਨਗਾਰਾ ਵਜਾਉਂਦਾ ਰਿਹਾ ਮਨੁੱਖ। ਜਦੋਂ ਦਿਨ ਦਾ ਚੜਾਇਆ, ਉਹ ਵੀ ਭੱਜ ਗਿਆ। ਭੀਮ ਚੰਦ ਸੈਨ ਨੂੰ ਵਿਚਾਰ ਪ੍ਰਾਪਤ ਹੋਈ, ਕਹਿੰਦੇ ਦੇਖੋ ਬਈ ਹੁਣ ਉਹਨਾਂ ਨੇ ਨਗਾਰਾ ਵਜਾਉਣਾ ਬੰਦ ਕਰਦਾ, ਦੇਖੋ ਕਿੱਥੇ ਆ। ਜਦੋਂ ਪਤਾ ਲੱਗਿਆ ਕਿ ਉਹਦੇ ਸਭ ਕਿਲੇ ਨੂੰ ਖਾਲੀ ਕਰਕੇ ਛੱਡ ਕੇ ਭੱਜ ਗਏ ਨੇ ਜਾਨ ਬਚਾ ਕੇ। ਇਧਰੋਂ ਭੀਮ ਚੰਦ ਤੱਕ ਇਹ ਖਬਰ ਪਹੁੰਚੀ, ਉਹਨੇ ਬਹੁਤ ਜ਼ਿਆਦਾ ਆਨੰਦ ਮਾਣਿਆ, ਖੁਸ਼ੀ ਮਾਣੀ, ਆਪਣੇ ਆਪ ਦੇ ਵਿੱਚ ਬੜਾ ਖੁਸ਼ ਹੋਇਆ। ਉਹਨੇ ਵਿਚਾਰ ਕੀਤੀ, ਲੈ ਸਤਿਗੁਰ ਨੇ ਕਿਰਪਾ ਕਰ ਦਿੱਤੀ, ਜੰਗ ਮੈਦਾਨ ਦੇ ਵਿੱਚੋਂ ਫਤਿਹ ਪ੍ਰਾਪਤ ਹੋ ਗਈ, ਜਿੱਤ ਹੋ ਗਈ, ਮੇਰੀ ਪਿੱਠ ਨਹੀਂ ਲੱਗਣ ਦਿੱਤੀ ਸਤਿਗੁਰ ਨੇ। ਮੇਰੇ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਸਤਿਗੁਰ ਜੀ ਨੇ ਆਪ ਦਇਆ ਵਰਤਾ ਦਿੱਤੀ, ਆਪ ਸਤਿਗੁਰ ਨੇ ਕਿਰਪਾ ਕਰ ਦਿੱਤੀ।
ਕਹਿੰਦੇ ਇਦਾਂ ਕਰਕੇ ਵਿਚਾਰ ਹੋਣਾ ਕੀਤੀ। ਉਸ ਵੇਲੇ ਭੀਮ ਚੰਦ ਸੈਨ ਬਹੁਤ ਖੁਸ਼ ਆ, ਉਹਨੇ ਬਹੁਤ ਉੱਚੀ ਉੱਚੀ ਨਗਾਰਾ ਵਜਵਾਇਆ, ਚਿੱਤ ਦੀ ਖੁਸ਼ੀ ਅੰਦਰ। ਹੁਣ ਸਤਿਗੁਰ ਦੀਆਂ ਇਦਾਂ ਦੀਆਂ ਗੱਲਾਂ ਥਾਂ ਥਾਂ ਤੇ ਹੋਣਾ ਕੀਤੀਆਂ। ਭੀਮ ਚੰਦ ਸੈਨ ਨੇ ਸਤਿਗੁਰ ਦਾ ਧੰਨਵਾਦ ਸ਼ੁਕਰਾਨਾ ਕੀਤਾ ਤੇ ਸਤਿਗੁਰ ਦਾ ਔਰ ਭੀਮ ਚੰਦ ਸੈਨ ਦਾ ਉੱਥੇ ਤੰਬੂ ਲਗਵਾਉਣਾ ਕੀਤਾ। ਨਜ਼ਦੀਕ ਬਿਆਸਾ ਨਦੀ ਦਾ ਪ੍ਰਵਾਹ ਚੱਲ ਰਿਹਾ, ਜਲ ਵਗ ਰਿਹਾ ਹੈ, ਬੜਾ ਰਮਣੀਕ ਸਥਾਨ ਹੈ ਉੱਥੇ। ਹੁਣ ਭੀਮ ਚੰਦ ਸੈਨ ਆਪਣੇ ਆਪ ਦੇ ਵਿੱਚ ਫੁੱਲਿਆ ਨਹੀਂ ਸਮਾ ਰਿਹਾ, ਕਿਉਂਕਿ ਬਹੁਤ ਵੱਡਾ ਕਾਰਜ ਸ਼ੁੱਧ ਹੋ ਗਿਆ, ਰਾਸ ਹੋ ਗਿਆ। ਜਿਵੇਂ ਪਾਉਂਟਾ ਸਾਹਿਬ ਦੀ ਧਰਤੀ ਭੰਗਾਣੀ ਦੀ ਜੰਗ ਦੇ ਵਿੱਚੋਂ ਸਤਿਗੁਰ ਨੇ ਫਤਿਹ ਪ੍ਰਾਪਤ ਕੀਤੀ ਹੈ, ਇਸੇ ਤਰ੍ਹਾਂ ਨਦੂੜ ਦੀ ਜੰਗ ਦੇ ਵਿੱਚ ਵੀ, ਇਹ ਨਦੂਣ ਦੀ ਜੰਗ ਦੇ ਵਿੱਚ ਵੀ ਸਤਿਗੁਰ ਨੇ ਬਹੁਤ ਵੱਡੇ ਪੱਧਰ ਤੇ ਬੜੇ ਆਰਾਮ ਦੇ ਨਾਲ, ਬੜੇ ਸੁਖੈਨ ਢੰਗ ਦੇ ਨਾਲ ਇਹ ਫਤਿਹ ਪ੍ਰਾਪਤ ਕੀਤੀ ਹੈ। ਸਤਿਗੁਰ ਨੇ ਕਿਰਪਾ ਕਰ ਦਿੱਤੀ। ਉਸ ਵੇਲੇ ਆਨੰਦ ਮਾਣੇ, ਖੁਸ਼ੀਆਂ ਮਾਣੀਆਂ, ਖੁਸ਼ੀਆਂ ਦੇ ਵਿੱਚ ਬੇਅੰਤ ਜਸ਼ਨ ਮਨਾਏ ਗਏ ਜੰਗ ਦੀ ਫਤਿਹ ਦੀ ਪ੍ਰਾਪਤੀ ਦੇ ਅੰਦਰ। ਤੇ ਭੀਮ ਚੰਦ ਸੈਨ ਸਤਿਗੁਰ ਦਾ ਧੰਨਵਾਦ ਸ਼ੁਕਰਾਨਾ ਪਿਆ ਕਰਦਾ। ਹੁਣ ਸਤਿਗੁਰ ਜੀ ਇੱਥੇ ਕਾਫੀ ਸਮਾਂ ਰਹੇ, ਬਤੀਤ ਕੀਤਾ ਉਹਨਾਂ ਨੇ ਜੰਗ ਜੁੱਧ ਜਿੱਤ ਕੇ। ਤੇ ਜਿਹੜੇ ਉਹ ਪਹਾੜੀ ਰਾਜੇ ਨੇ, 22 ਧਾਰ ਰਾਜੇ ਨੇ, ਉਹਨਾਂ ਦੇ ਘਰਾਂ ਘਰਾਂ ਵਿੱਚ ਜਾ ਕੇ ਸਤਿਗੁਰੂ ਜੀ ਚਰਨ ਪਾ ਰਹੇ ਨੇ, ਉਹਨਾਂ ਦੀਆਂ ਭਾਵਨਾ ਪੂਰੀਆਂ ਕਰ ਰਹੇ ਨੇ, ਦੇਖ ਰਹੇ ਨੇ, ਦਰਸ਼ਨ ਦੀਦਾਰੇ ਪ੍ਰਦਾਨ ਕਰ ਰਹੇ। ਕਿਉਂਕਿ ਭੀਮ ਚੰਦ ਸੈਨ ਦੇ ਪਿੱਛੇ ਜਿਹੜੇ ਬਾਕੀ ਦੇ ਰਾਜੇ ਨੇ, ਬਹੁਤ ਜ਼ਿਆਦਾ ਇਹਨਾਂ ਦੇ ਆਪਣੇ ਸਕੇ ਸਰੁਦਰੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਸਤਿਗੁਰੂ ਦੀ ਪਾਵਨ ਪਵਿੱਤਰ ਮੁਬਾਰਕ ਚਰਨ ਕਮਲ ਪਾ ਕਰਕੇ ਉਹਨਾਂ ਦੇ ਘਰ ਨੂੰ ਪਵਿੱਤਰ ਪੈ ਕਰਦੇ ਨੇ। ਸਤਿਗੁਰੂ ਜੀ ਦਾ ਕਿਰਪਾ ਕਰਦੇ, ਬਖਸ਼ਿਸ਼ ਕਰਦੇ ਨੇ। ਉਸ ਵਕਤ ਹਰੇਕ ਦੇ ਦੁੱਖ ਨੂੰ ਦੇਖ ਕੇ ਸਤਿਗੁਰੂ ਜੀ ਤੋਂ ਨਿਜਾਤ ਪ੍ਰਦਾਨ ਕਰਵਾਉਂਦੇ ਨੇ, ਦਰਸ਼ਨ ਦੀਦਾਰੇ ਪ੍ਰਦਾਨ ਕਰਦੇ, ਹਰੇਕ ਨੂੰ ਉਹਦੇ ਬਣਦੇ ਕਰਮਾਂ ਦਾ ਸਤਿਗੁਰੂ ਜੀ ਆਨੰਦ ਪ੍ਰਦਾਨ ਕਰਵਾਉਂਦੇ ਨੇ। ਅਰਦਾਸਾਂ ਬੇਨਤੀਆਂ ਜੁਦੜੀਆਂ ਪ੍ਰਵਾਨ ਕਰਦੇ ਸਤਿਗੁਰੂ ਜੀ। ਜਿਹਦੇ ਹਿਰਦੇ ਵਿੱਚ ਜਿੱਦਾਂ ਦੀ ਵਿਚਾਰ ਹੈ ਉਹਦੇ ਮੁਤਾਬਕ ਸਤਿਗੁਰੂ ਜੀ ਉਸ ਮਨੁੱਖ ਨੂੰ ਉਹਦੇ ਕੀਤੇ ਅਨੁਸਾਰ ਉਦਾਂ ਦਾ ਆਨੰਦ ਪ੍ਰਦਾਨ ਕਰਦੇ ਨੇ। ਹੁਣ ਕਾਫੀ ਲੰਮਾ ਸਮਾਂ ਇੱਧਰ ਸਤਿਗੁਰੂ ਜੀ ਬਿਲਾਸਪੁਰ ਦੀ ਧਰਤੀ ਤੇ ਰਾਜਾ ਕਿਰਪਾਲ ਚੰਦ ਕਟੋਚੀਆ ਦੇ ਗ੍ਰਹਿ ਵਿਖੇ ਸਤਿਗੁਰੂ ਜੀ ਪਧਾਰੇ ਨੇ, ਨਿਵਾਸ ਕੀਤਾ ਸਤਿਗੁਰੂ ਜੀ ਨੇ। ਤੇ ਇਹਨਾਂ ਦੇ ਹਿਰਦੇ ਵਿੱਚ ਬਹੁਤ ਖੁਸ਼ੀ ਹੈ, ਆਨੰਦ ਬਹੁਤ ਹੈ, ਕਿਉਂਕਿ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ। ਜਿਵੇਂ ਕਿਹਾ ਨਾ ਗੁਰਬਾਣੀ ਵਿੱਚ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਐ ਭਾਈ ਮੇਰੇ ਮਨ ਦੇ ਵਿੱਚ ਆਨੰਦ ਦੀ ਪ੍ਰਾਪਤੀ ਹੋ ਗਈ, ਖੁਸ਼ੀ ਦੀ ਪ੍ਰਾਪਤੀ ਹੋ ਗਈ। ਉਹ ਆਨੰਦ ਦੀ, ਉਹ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਜਦੋਂ ਸਤਿਗੁਰ ਦੀ ਪ੍ਰਾਪਤੀ ਹੋ ਗਈ, ਸਤਿਗੁਰ ਨੂੰ ਪਾ ਲੈਣਾ ਕੀਤਾ, ਆਨੰਦ ਭਇਆ ਮੇਰੀ ਮਾਏ, ਆਨੰਦ ਪ੍ਰਾਪਤ ਹੋ ਗਿਆ। ਸਤਿਗੁਰੂ ਮੈਂ ਪਾਇਆ, ਸਤਿਗੁਰ ਦੀ ਪ੍ਰਾਪਤੀ ਕਰ ਲਈ, ਸਤਿਗੁਰ ਨੂੰ ਪਾ ਲਿਆ। ਸਤਿਗੁਰਤਾ ਪਾਇਆ ਸਾਹਿਬ ਸਿੱਧੀ ਸੁਤੇ ਸਿੱਧ। ਸਤਿਗੁਰ ਦੀ ਕਿਰਪਾ ਦੇ ਨਾਲ ਕਹਿੰਦੇ ਸਤਿਗੁਰ ਦੀ ਪ੍ਰਾਪਤੀ ਹੋ ਗਈ। ਮਨ ਵਜੀਆਂ ਵਧਾਈਆਂ, ਮਨ ਦੇ ਵਿੱਚ ਆਨੰਦ ਹੋ ਗਿਆ, ਵਧਾਈਆਂ ਪ੍ਰਾਪਤ ਹੋ ਗਈਆਂ। ਲੋਕ ਵਧਾਈਆਂ ਦਿੰਦੇ, ਭਾਈ ਵਧਾਈਆਂ ਤੈਨੂੰ, ਸਤਿਗੁਰ ਦੀ ਪ੍ਰਾਪਤੀ ਹੋ ਗਈ। ਆ ਹੁਣ ਵੀ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਈਏ, ਲੋਕ ਵਧਾਈਆਂ ਦਿੰਦੇ, ਭਾਈ ਵਧਾਈਆਂ ਤੂੰ ਗੁਰੂ ਵਾਲਾ ਬਣ ਗਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਤੇਰਾ ਜੀਵਨ ਗੁਰੂ ਨਾਨਕ ਦੇ ਲੇਖੇ ਲੱਗਣਾ ਸ਼ੁਰੂ ਹੋ ਗਿਆ, ਤੇਰੇ ਤੇ ਕਿਰਪਾ ਹੋ ਗਈ ਸਤਿਗੁਰ ਦੀ। ਇਸੇ ਤਰ੍ਹਾਂ ਭੀਮ ਚੰਦ ਸੈਨ ਨੂੰ ਲੋਕ ਵਧਾਈਆਂ ਦਿੰਦੇ ਨੇ। ਇੱਕ ਤੇ ਜੰਗ ਜੁੱਧ ਪ੍ਰਾਪਤ ਕੀਤੀ, ਫਤਿਹ ਪ੍ਰਾਪਤ ਕੀਤੀ ਹੈ, ਦੂਜੇ ਨੰਬਰ ਤੇ ਸਤਿਗੁਰ ਜੀ ਨੇ ਤੇਰੇ ਤੇ ਕਿਰਪਾ ਕੀਤੀ ਤੇ ਗ੍ਰਹਿ ਵਿਖੇ ਪਧਾਰੇ ਨੇ, ਪ੍ਰਾਪਤੀ ਕੀਤੀ ਸਤਿਗੁਰ ਦੀ ਤੂੰ। ਇਦਾਂ ਵਧਾਈਆਂ ਦਿੰਦੇ ਨੇ। ਮਨ ਵਜੀਆਂ ਵਧਾਈਆਂ, ਮਨ ਦੇ ਵਿੱਚ ਵਧਾਈਆਂ ਪ੍ਰਾਪਤ ਹੋਈਆਂ ਨੇ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ। ਇਦਾਂ ਕਹਿੰਦੇ ਰਾਗਾਂ ਦੇ ਵਿੱਚ, ਰਾਗਣੀਆਂ ਦੇ ਵਿੱਚ
ਪਰੀਆਂ ਬਣ ਕੇ ਉੱਥੇ ਕਹਿੰਦੇ ਸਤਿਗੁਰ ਦੇ ਆਨੰਦਦਾਇਕ ਗੁਰਬਾਣੀ ਦੇ ਸ਼ਬਦਾਂ ਦੇ ਗਾਇਨ ਕੀਤੇ ਗਏ। ਸ਼ਬਦ ਗਾਵਣ ਆਈਆਂ, ਸ਼ਬਦ ਗਾਉਣ ਵਾਸਤੇ ਕਹਿੰਦੇ ਪਰੀਆਂ ਆਕਾਸ਼ ਵਿੱਚੋਂ ਆਈਆਂ ਰਾਗਾਂ ਦੇ ਵਿੱਚ, ਤੇ ਸਤਿਗੁਰੂ ਜੀ ਦੀ ਕਿਰਪਾ ਹੋਈ, ਰੀਤਾਂ ਦੇ ਵਿੱਚ ਸ਼ਬਦਾਂ ਦਾ ਗਾਇਨ ਕੀਤਾ ਪਰੀਆਂ ਨੇ ਆ ਕੇ। ਇਦਾਂ ਦਾ ਆਨੰਦ ਬਣਿਆ, ਇਦਾਂ ਦੀ ਖੁਸ਼ੀ ਬਣੀ। ਸ਼ਬਦ ਉਹਦਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿੰਦੇ ਇਦਾਂ ਦੇ ਸਤਿਗੁਰ ਦੇ ਸ਼ੁਭ ਗੁਣਾਂ ਨੂੰ ਗਾਇਨ ਕਰੀਏ, ਸਤਿਗੁਰ ਦੀ ਪ੍ਰਾਪਤੀ ਕਰੀਏ। ਮਨ ਜਿਨੀ ਵਸਾਇਆ, ਜਿਨ੍ਹਾਂ ਨੇ ਮਨ ਦੇ ਵਿੱਚ ਸਤਿਗੁਰੂ ਨੂੰ ਪ੍ਰਾਪਤ ਕੀਤਾ, ਇਦਾਂ ਦੀ ਉਹਨਾਂ ਨੇ ਪ੍ਰਾਪਤੀ ਕਰਕੇ ਸਤਿਗੁਰ ਦਾ ਧੰਨਵਾਦ ਸ਼ੁਕਰਾਨਾ ਕੀਤਾ, ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਆਨੰਦ ਪ੍ਰਦਾਨ ਕੀਤੇ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਕਹਿੰਦੇ ਫਿਰ ਮਨ ਵਿੱਚ ਇਦਾਂ ਦਾ ਆਨੰਦ ਹੋਇਆ, ਇਦਾਂ ਸਤਿਗੁਰ ਦੀ ਪ੍ਰਾਪਤੀ ਕੀਤੀ। ਹੁਣ ਭੀਮ ਚੰਦ ਸੈਨ, ਉਹਨੇ ਹਿਰਦੇ ਵਿੱਚ ਸਤਿਗੁਰ ਦੀ ਜਦੋਂ ਪ੍ਰਾਪਤੀ ਕੀਤੀ, ਸਤਿਗੁਰ ਦਾ ਧੰਨਵਾਦ ਸ਼ੁਕਰਾਨਾ ਕੀਤਾ, ਬੜਾ ਆਨੰਦ ਪ੍ਰਾਪਤ ਹੋਇਆ, ਬੜੀ ਖੁਸ਼ੀ ਹੈ। ਥਾਂ ਥਾਂ ਤੋਂ ਲੋਕ ਵਧਾਈਆਂ ਦਿੰਦੇ ਨੇ। ਜਦੋਂ ਇਦਾਂ ਦਾ ਆਨੰਦ ਬਣਿਆ ਹੁੰਦਾ, ਇਦਾਂ ਦੀ ਖੁਸ਼ੀ ਬਣੀ ਹੁੰਦੀ, ਇਦਾਂ ਦੀ ਸਤਿਗੁਰ ਦੀ ਕਿਰਪਾ ਰਹਿਮਤ ਬਣੀ ਹੁੰਦੀ, ਉਦੋਂ ਦੀ ਵਿਚਾਰ ਕੁਝ ਵੱਖਰੀ ਹੋ ਜਾਇਆ ਕਰਦੀ ਹੈ, ਤੇ ਸਤਿਗੁਰ ਜੀ ਕਿਰਪਾ ਕਰ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ। ਇਸ ਸੰਸਾਰ ਦੇ ਵਿੱਚ ਇਦਾਂ ਦਾ ਵੱਖਰੇ ਤੌਰ ਤੇ ਰੁਤਬਾ ਪ੍ਰਦਾਨ ਕਰ ਦਿੰਦੇ, ਕੋਈ ਘਾਟ ਨਹੀਂ ਰਹਿਣ ਦਿੰਦੇ, ਕੋਈ ਦੁੱਖ ਤਕਲੀਫ ਨਹੀਂ ਰਹਿਣ ਦਿੰਦੇ। ਕਿਸੇ ਪ੍ਰਕਾਰ ਮਨ ਦੇ ਵਿੱਚ ਜੋ ਵੀ ਭਾਵਨਾ ਹੈ, ਜੋ ਵੀ ਸ਼ਰਧਾ ਹੈ, ਜੋ ਵੀ ਆਸ ਹੈ, ਸੰਪੰਨ ਹੋ ਜਾਂਦੀ ਹੈ। ਇਦਾਂ ਦੇ ਸਤਿਗੁਰ ਦੀ ਕਿਰਪਾ ਕਰ ਦਿੰਦੇ ਨੇ। ਹੁਣ ਕਾਫੀ ਲੰਬਾ ਸਮਾਂ ਸਤਿਗੁਰੂ ਜੀ ਨੇ ਇੱਥੇ ਬਤੀਤ ਕੀਤਾ। ਜੋ ਵੀ ਇੱਥੇ ਹੁਣ ਕਹਿੰਦੇ ਥਾਂ ਥਾਂ ਤੋਂ ਸੰਗਤ ਆਉਣੀ ਸ਼ੁਰੂ ਹੋ ਗਈ, ਜੋ ਵੀ ਆਉਂਦਾ ਸਤਿਗੁਰ ਦੇ ਦਰ ਕਰਦੇ ਇੱਥੇ ਸਥਾਨ ਤੇ, ਉਹ ਸਤਿਗੁਰ ਦੇ ਦਰਸ਼ਨਾਂ ਦੀਦਾਰੇ ਪ੍ਰਾਪਤ ਕਰਕੇ ਆਪਣੇ ਆਪ ਬਹੁਤ ਵੱਡੇ ਭਾਗਾਂ ਵਾਲਾ ਸਮਝਦਾ ਕਿ ਸਤਿਗੁਰ ਦੇ ਦਰਸ਼ਨ ਪ੍ਰਾਪਤ ਹੋ ਗਏ ਨੇ। ਕਿਉਂਕਿ ਭਾਗਾਂ ਤੋਂ ਬਿਨਾਂ, ਉੱਤਮ ਸ਼ੁਭ ਉਤਮਾਂ ਤੋਂ ਬਿਨਾਂ ਇਦਾਂ ਦੀ ਪ੍ਰਾਪਤੀ ਨਹੀਂ ਹੁੰਦੀ, ਇਦਾਂ ਦੀ ਖੁਸ਼ੀ, ਇਦਾਂ ਦਾ ਆਨੰਦ ਪ੍ਰਾਪਤ ਨਹੀਂ ਹੁੰਦਾ। ਉਸ ਵੇਲੇ ਸਤਿਗੁਰੂ ਜੀ ਕਿਰਪਾ ਕਰਦੇ, ਬਖਸ਼ਿਸ਼ ਕਰਦੇ ਨੇ। ਰੋਜ਼ਾਨਾ ਕੋਈ ਨਾ ਕੋਈ ਆ ਕੇ ਸਤਿਗੁਰੂ ਦੇ ਦਰਸ਼ਨਾਂ ਦੀਦਾਰੇ ਪ੍ਰਾਪਤ ਕਰਦਾ, ਸਤਿਗੁਰੂ ਦੀ ਕਿਰਪਾ ਰਹਿਮਤ ਪ੍ਰਾਪਤ ਕਰਦਾ। ਜਿਹਦੇ ਮਨ ਵਿੱਚ ਜਿੱਦਾਂ ਦੀ ਵਿਚਾਰ ਹੈ, ਉਹਦੇ ਮੁਤਾਬਕ ਉਹ ਮਨੁੱਖ ਸਤਿਗੁਰੂ ਦੇ ਸਨਮੁਖ ਆ ਕੇ ਆਪਣੀ ਵਿਚਾਰ ਪ੍ਰਾਪਤ ਕਰਕੇ ਫਾਨੀ ਸੰਸਾਰ ਦੇ ਅੰਦਰੋਂ ਆਨੰਦ, ਮੰਗਲ, ਸੁੱਖ ਪ੍ਰਾਪਤ ਪਿਆ ਕਰਦਾ ਏ। ਇਦਾਂ ਦੀ ਵਿਚਾਰ ਹੋਣਾ ਕੀਤੀ। ਤਾਂ ਤੇ ਆਓ ਪਿਆਰੀ ਸੰਗਤ ਜੀ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਿਵੇਂ ਕਰਕੇ ਇਧਰ ਨਾਦੂਨ ਦੀ ਧਰਤੀ ਤੇ ਵਿਲਾਸਪੁਰ ਨਗਰ, ਜਿੱਥੇ ਬਿਆਸਾ ਨਦੀ ਦਾ ਜਲ ਪ੍ਰਵਾਹ ਵਗ ਰਿਹਾ, ਇੱਥੇ ਸਤਿਗੁਰੂ ਜੀ ਕਿੰਨਾ ਟਾਈਮ ਹੋਰ ਬਤੀਤ ਕਰਦੇ ਨੇ, ਕੀ ਕੀ ਕੌਤਕ ਰਚਦੇ ਨੇ। ਕਿਵੇਂ ਕਿਵੇਂ ਕਰਕੇ ਉਹਨਾਂ ਰਾਜਿਆਂ ਦੇ ਘਰਾਂ ਦੇ ਵਿੱਚ ਜਾ ਕੇ ਚਰਨ ਪਾ ਕੇ ਉਹਨਾਂ ਰਾਜਿਆਂ ਦੇ ਘਰਾਂ ਨੂੰ, ਮਹਿਲਾਂ ਨੂੰ ਅਤੀ ਸੁੰਦਰ ਬਣਾ ਦਿੰਦੇ, ਸੋਭਾ ਵਾਲੇ ਬਣਾ ਦਿੰਦੇ। ਕੀ ਕੀ ਵਿਚਾਰ ਹੁੰਦੀ ਹੈ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਆਪ ਸੰਗਤ ਵੱਧ ਤੋਂ ਵੱਧ ਗੁਰੂ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰਿਆ ਕਰੋ, ਕਿਉਂਕਿ ਸਤਿਗੁਰ ਦੀਆਂ ਲੜੀਵਾਰ ਕਥਾਵਾਂ ਹੁੰਦੀਆਂ ਨੇ, ਵਿਚਾਰਾਂ ਹੁੰਦੀਆਂ ਨੇ। ਤਕਰੀਬਨ ਹੁਣ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਇਹ ਜੋ ਲੜੀਵਾਰ ਕਥਾ ਵਿਚਾਰ ਦੀ ਵਿਚਾਰ ਹੋ ਜਾਣਾ ਕੀਤੀ, ਇੱਥੋਂ ਤੱਕ ਸਤਿਗੁਰ ਦੀ ਵਿਚਾਰ ਹੋਈ ਹੈ। ਹੁਣ ਅੱਗੇ ਇਹ ਲੜੀਵਾਰ ਇਤਿਹਾਸ ਇਹਨਾਂ ਵਿਚਾਰ ਕਰਦੇ ਜਾਵਾਂਗੇ, ਕਿਵੇਂ ਕਿਵੇਂ ਕਰਕੇ ਸਤਿਗੁਰੂ ਨੇ ਫਾਨੀ ਸੰਸਾਰ ਦੇ ਵਿੱਚ ਸਾਨੂੰ ਸਰਦਾਰੀਆਂ ਪ੍ਰਦਾਨ ਕੀਤੀਆਂ, ਕਿਵੇਂ ਕਿਵੇਂ ਕਰਕੇ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਵਰਤਾਈਆਂ। ਉਹ ਇਦਾਂ ਲੜੀਵਾਰ ਇਤਿਹਾਸ ਵਿਚਾਰ ਸਰਵਣ ਕਰਦੇ ਜਾਵਾਂਗੇ। ਆਪ ਸੰਗਤ ਵੱਧ ਤੋਂ ਵੱਧ ਗੁਰੂ ਚਰਨਾਂ ਵਿੱਚ ਪਹੁੰਚਿਆ ਕਰੋ ਪਿਆਰਿਓ। ਸਤਿਗੁਰੂ ਦੀ ਪ੍ਰਾਪਤੀ ਕਰਨ ਦਾ ਯਤਨ ਕਰਿਆ ਕਰੋ। ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ, ਭਾਵਨਾਵਾਂ ਜ਼ਰੂਰ ਸੰਪੂਰਨ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਇਦਾਂ ਕਰਕੇ
ਇਹ ਆਪਾਂ ਸੰਪੂਰਨਤਾ ਜਿਹੜੀ ਲੜੀਵਾਰ ਕਥਾ ਵਿਚਾਰ ਹੈ ਉਹ ਸਰਵਣ ਕਰਦੇ ਜਾਵਾਂਗੇ। ਆਓ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ, ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।